ਵਾਹਿਗੁਰੂ ਜੀ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੋ ਭਾਂਤੀ। ਰਾਮ ਗੁਸਈਆ ਜੀ ਕੇ ਜੀਵਨਾ, ਮੋਹਿ ਨਾ ਬਿਸਾਰੋ ਮੈਂ ਜਨ ਤੇਰਾ। ਮੇਰੀ ਹਰੋ ਬਿਪਤ ਜਨ ਕਰੋ ਸੁਭਾਈ। ਚਰਨ ਨਾ ਛਾਡੋ ਸਰੀਰ ਕਲ ਜਾਈ। ਕਹਿ ਰਵਿਦਾਸ ਪਰੋਂ ਤੇਰੀ ਸੰਭਾ, ਬੇਗ ਮਿਲੋ ਜਨ ਕਰ ਨਾ ਬਿਲੰਬਾ। ਕਹਿ ਰਵਿਦਾਸ ਪਰੋਂ ਤੇਰੀ ਸੰਭਾ, ਬੇਗ ਮਿਲੋ ਜਨ ਕਰ ਨਾ ਬਿਲੰਬਾ। ਵਾਹਿਗੁਰੂ ਜੀ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਨੈ ਬੋਲੇ ਦੌਰਿਓ ਫਿਰਤ ਹੈ। ਰਹਾਉ ਜਬ ਕਛ ਪਾਵੈ ਤਬ ਗਰਭ ਕਰਤ ਹੈ। ਮਾਇਆ ਗਈ ਤਬ ਰੋਵਨ ਲਗਤ ਹੈ। ਮਨ ਬਚ ਕਰਮ ਰਸ ਕਸੈ ਲੁਭਾਨਾ। ਬਿਨਸ ਗਿਆ ਜਾਏ ਕਹੂੰ ਸਮਾਨਾ। ਕਹਿ ਰਵਿਦਾਸ ਬਾਜੀ ਜਗ ਭਾਈ। ਬਾਜੀ ਗਰ ਸਿਓ ਮੋਹਿ ਪ੍ਰੀਤ ਬਨ ਆਈ। ਕਹਿ ਰਵਿਦਾਸ ਬਾਜੀ ਜਗ ਭਾਈ। ਬਾਜੀ ਗਰ ਸੋ ਮੋਹਿ ਪ੍ਰੀਤ ਬਨ ਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਰਬ ਸਾਂਝੀ ਵਾਲਤਾ ਦੇ ਰਹਿਬਰ, ਰੂਹਾਨੀਅਤ ਦੇ ਭੰਡਾਰ, ਸ਼ਹਿਨਸ਼ਾਹ ਕੁਲ ਆਲਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਿਆਰ ਭਰੀ ਪਾਵਨ ਗੋਦ ਅੰਦਰ ਸੁਭਾਏ ਮਾਨ ਗੁਰੂ ਪਿਆਰ ਵਾਲੇ ਸਤ ਸੰਗੀ ਜਨੋ, ਵੱਡੇ ਭਾਗਾਂ ਵਾਲੇ ਹੋ। ਪਾਵਨ ਗੋਦ ਅੰਦਰ ਬੈਠ ਲਾਹਾ ਲੈ ਰਹੇ ਹੋ। ਪਾਵਨ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਬਾਬਾ ਰਵਿਦਾਸ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਇਹ ਸ਼ਬਦ ਆਸਾ ਰਾਗ ਦੇ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਹੈ। ਇਸ ਪਾਵਨ ਸ਼ਬਦ ਦੇ ਅੰਦਰ
ਭਗਤ ਰਵਿਦਾਸ ਜੀ ਮਾਇਆ ਦੀ ਤਾਕਤ ਦੀ ਗੱਲ ਸਾਡੇ ਨਾਲ ਸਾਂਝੀ ਕਰਦੇ ਆ। ਪਰਮਾਤਮਾ ਤੋਂ ਬਾਅਦ ਅਗਰ ਇਸ ਸੰਸਾਰ ਅੰਦਰ ਕੋਈ ਸਭ ਤੋਂ ਤਾਕਤਵਰ ਚੀਜ਼ ਹੈ, ਉਹ ਹੈ ਮਾਇਆ। ਜਾਂ ਤਾਂ ਇਸ ਦੁਨੀਆ ਦੇ ਵਿੱਚ ਮਨੁੱਖ ਦੀ ਦੌੜ ਪਰਮਾਤਮਾ ਮਗਰ ਆ ਅਤੇ ਜਾਂ ਫਿਰ ਮਨੁੱਖ ਦੀ ਦੌੜ ਮਾਇਆ ਦੇ ਮਗਰ ਆ। ਬਾਬਾ ਕਬੀਰ ਜੀ ਨੇ ਇੱਥੋਂ ਤੱਕ ਬਚਨ ਕਹਿ ਦਿੱਤੇ, ਕਹਿੰਦੇ ਆਮ ਬੰਦੇ ਦੀ ਤਾਂ ਛੱਡੋ, ਜਿਨ੍ਹਾਂ ਨੂੰ ਲੋਕਾਂ ਨੇ ਰੱਬ ਕਰਕੇ ਜਾਣਿਆ ਸੀ ਨਾ, ਉਹ ਲੋਕ ਵੀ ਮਾਇਆ ਦੀ ਪਕੜ ਦੇ ਵਿੱਚ ਆ ਗਏ। ਮਾਇਆ ਨੇ ਉਹਨਾਂ ਨੂੰ ਵੀ ਆਪਣੇ ਪ੍ਰਭਾਵ ਤੋਂ ਦੂਰ ਨਹੀਂ ਰਹਿਣ ਦਿੱਤਾ। ਇਸ ਕਰਕੇ ਬਾਬਾ ਕਬੀਰ ਕਹਿੰਦੇ ਮੈਨੂੰ ਇੱਕ ਗੱਲ ਸਮਝ ਆਈ ਵੀ ਵਾਕਿਆ ਹੀ ਪਰਮਾਤਮਾ ਤੋਂ ਬਾਅਦ ਅਗਰ ਇਸ ਦੁਨੀਆ ਦੇ ਅੰਦਰ ਕੋਈ ਸਭ ਤੋਂ ਪਾਵਰਫੁਲ ਚੀਜ਼ ਆ, ਉਹ ਪਰਮਾਤਮਾ ਦੀ ਬਣਾਈ ਮਾਇਆ। ਕਹਿੰਦੇ ਸਰਪਣੀ ਤੇ ਉੱਪਰ ਨਹੀਂ ਬਲੀਆ, ਪਰਮਾਤਮਾ ਤੋਂ ਬਾਅਦ ਇਸ ਮਾਇਆ ਰੂਪੀ ਸਪਣੇ ਤੇ ਉੱਤੇ ਕੋਈ ਹੋਰ ਬਲਵਾਨ ਨਹੀਂ ਜੀ। ਅਗਰ ਪਰਮਾਤਮਾ ਤੋਂ ਬਾਅਦ ਕੋਈ ਇਸ ਦੁਨੀਆ 'ਚ ਬਲਵਾਨ ਆ ਤੇ ਉਹ ਹੈ ਮਾਇਆ। ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ। ਬ੍ਰਹਮਾ ਜੀ ਵਰਗੇ, ਵਿਸ਼ਨੂੰ ਜੀ ਵਰਗੇ, ਸ਼ਿਵਜੀ ਜੀ ਵਰਗੇ ਵੀ ਇਸ ਮਾਇਆ ਨੇ ਛਲ ਲਏ, ਉਹਨਾਂ ਨੂੰ ਵੀ ਆਪਣੀ ਪਕੜ 'ਚ ਕਰ ਲਿਆ। ਤੇ ਅੱਜ ਭਗਤ ਰਵਿਦਾਸ ਜੀ ਨੇ ਬਚਨ ਕਹੇ, ਦੁਨੀਆ ਵਿੱਚ ਰਹਿਣ ਵਾਲਾ ਮਨੁੱਖ ਇੰਨਾ ਜ਼ਿਆਦਾ ਮਾਇਆ ਦਾ ਗੁਲਾਮ ਆ, ਇਹਨੂੰ ਹਰ ਸਮੇਂ ਕਹਿੰਦੇ ਮਾਇਆ ਦੀ ਚਿਤਵਣੀ ਲੱਗੀ ਹੋਈ ਆ। ਜਾਗਦਾ ਤਾਂ ਵੀ ਮਾਇਆ ਬਾਰੇ ਚਿਤ ਵਰਿਆ, ਸੁੱਤਾ ਤਾਂ ਵੀ ਮਾਇਆ ਬਾਰੇ ਚਿਤ ਵੀ ਜਾ ਰਿਹਾ। ਭਗਤ ਜੀ ਨੇ ਆਰੰਭਕ ਪੰਕਤੀਆਂ ਅੰਦਰ ਬਚਨ ਕਹੇ, ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। ਕਹਿੰਦੇ ਮਿੱਟੀ ਦਾ ਬਣਿਆ ਇਹ ਪੁਤਲਾ ਵੇਖੋ ਕਿਸ ਤਰ੍ਹਾਂ ਮਾਇਆ ਦੇ ਇਸ਼ਾਰਿਆਂ ਦੇ ਉੱਤੇ ਨੱਚ ਰਿਹਾ ਹੈ। ਦੇਖੈ ਦੇਖੈ ਸੁਨੈ ਬੋਲੇ ਦੌੜਿਓ ਫਿਰਤ ਹੈ। ਮਾਇਆ ਨੂੰ ਆਪਣੇ ਇਰਦ ਗਿਰਦ ਦੇਖਣਾ ਪਸੰਦ ਕਰਦਾ, ਮਾਇਆ ਦੇ ਹੀ ਬੋਲ ਆਪਣੇ ਕੰਨਾਂ ਨਾਲ ਸੁਣਨੇ ਪਸੰਦ ਕਰਦਾ, ਮਾਇਆ ਬਾਰੇ ਹੀ ਆਪਣੀ ਜ਼ਬਾਨ ਤੋਂ ਬੋਲਣਾ ਪਸੰਦ ਕਰਦਾ। ਕਹਿੰਦੇ ਦੌੜਿਓ ਫਿਰਤ ਹੈ, ਦਿਨ ਰਾਤ ਬੰਦਾ ਇਸ ਮਾਇਆ ਦੇ ਮਗਰ ਦੌੜਿਆ ਫਿਰਦਾ ਹੈ। ਹਾਲਾਂਕਿ ਦਾਤ ਤੋਂ ਜ਼ਿਆਦਾ ਇਹਦੀ ਦੌੜ ਦਾਤੇ ਵੱਲ ਚਾਹੀਦੀ ਸੀ, ਪਰ ਕਹਿੰਦੇ ਦਾਤੇ ਨੂੰ ਵਸਾਰ ਕੇ ਇਹਦੀ ਜਿਹੜੀ ਦੌੜ ਆ ਉਹ ਦਾਤ ਮਗਰ ਜ਼ਿਆਦੀ ਆ। ਜਿਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਦਾਤ ਪਿਆਰੀ ਵਿਸਰਿਆ ਦਾ ਤਾਰਾ। ਦੌੜਿਓ ਫਿਰਤ ਹੈ, ਬਹੁਤ ਤੇਜ਼ੀ ਨਾਲ ਬੰਦਾ ਮਾਇਆ ਦੇ ਮਗਰ ਦੌੜ ਲਾ ਰਿਹਾ ਹੈ। ਹਰ ਇੱਕ ਬੰਦੇ ਦੀ ਸੋਚ ਆ ਰਾਤੋਂ ਰਾਤ ਅਮੀਰੀ ਦੇ ਅਸਮਾਨ ਨੂੰ ਛੂਹਣ ਦੀ। ਹਰ ਇੱਕ ਬੰਦੇ ਦੀ ਸੋਚ ਆ ਰਾਤੋਂ ਰਾਤ ਆਪਣੇ ਆਪ ਨੂੰ ਕਿਸੇ ਬਹੁਤ ਵੱਡੇ ਮੁਕਾਮ 'ਤੇ ਲੈ ਕੇ ਜਾਣ ਦੀ। ਹਰ ਇੱਕ ਬੰਦਾ ਮਾਇਆ ਦਾ ਗੁਲਾਮ ਆ। ਬਾਬਾ ਜੀ ਕਹਿੰਦੇ ਦੌੜਿਓ ਫਿਰਤ ਹੈ, ਭੱਜਾ ਫਿਰਦਾ ਬੰਦਾ ਮਾਇਆ ਦੇ ਮਗਰ। ਹੁਣ ਇੱਕ ਬੇਨਤੀ ਪਿਆਰ ਨਾਲ ਸਮਝਿਓ, ਜਦੋਂ ਬਾਬਾ ਨਾਮਦੇਵ ਜੀ ਦਾ ਆਪਾਂ ਬਚਨ ਪੜ੍ਹਾਂਗੇ, ਜਿਹਦੇ ਵਿੱਚ ਬਾਬਾ ਨਾਮਦੇਵ ਜੀ ਨੇ ਪਰਮਾਤਮਾ ਤੇ ਮਾਇਆ ਦੀ ਗੱਲ ਕੀਤੀ। ਕਹਿੰਦੇ ਪਹਿਲ ਪੁਰਸ ਆਬਰਾ, ਪਹਿਲਾਂ ਪਹਿਲ ਪੁਰਸ ਪਲੱਸ ਆਬਰਾ। ਪੁਰਸ ਦਾ ਅਰਥ ਹੈ ਪਰਮਾਤਮਾ, ਆਬਰਾ ਦਾ ਅਰਥ ਹੈ ਪ੍ਰਗਟ ਹੋਣਾ। ਪਹਿਲਾਂ ਪਹਿਲ ਪਰਮਾਤਮਾ ਨੇ ਆਪਣੇ ਆਪ ਨੂੰ ਇਸ ਸੰਸਾਰ ਦੇ ਅੰਦਰ ਪ੍ਰਗਟ ਕੀਤਾ। ਅਥੋਣ ਪੁਰਸਾਦ ਮਰਾ, ਅਥੋਣ ਉਸ ਤੋਂ ਪਿੱਛੋਂ ਪੁਰਸਾਦ ਪਲੱਸ ਅਮਰਾ। ਪੁਰਸਾਦ ਦਾ ਅਰਥ ਹੈ ਪਰਮਾਤਮਾ, ਅਮਰਾ ਦਾ ਅਰਥ ਹੈ ਮਾਇਆ। ਕਹਿੰਦੇ ਉਸ ਤੋਂ ਬਾਅਦ ਫਿਰ ਪਰਮਾਤਮਾ ਤੋਂ 2 ਨੰਬਰ 'ਤੇ ਮਾਇਆ ਪ੍ਰਗਟ ਹੋਈ, ਜਿਹਨੂੰ ਮਾਲਕ ਜੀ ਕਹਿੰਦੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ। ਪਹਿਲ ਪੁਰਸਾਬਰਾ, ਅਥੋਣ ਪੁਰਸਾਦ ਮਰਾ, ਅਸਗਾ ਅਸ ਉਸਗਾ, ਅਸਗਾ ਅਸ ਉਸਗਾ। ਮਾਇਆ ਤੇ ਪਰਮਾਤਮਾ ਦੇ ਮਿਲਾਪ ਤੋਂ ਫਿਰ ਇਸ ਸੰਸਾਰ ਰੂਪੀ ਬਾਗ ਨੇ ਹੋਂਦ ਵਿੱਚ ਆਉਣਾ ਕੀਤਾ। ਅਸਗਾ ਅਸ ਉਸਗਾ ਹਰ ਕਾ ਬਾਗਰਾ।
ਆ ਫਿਰ परमात्मा ਦਾ ਸੰਸਾਰ ਰੂਪੀ ਬਾਗ ਹੋਂਦ ਵਿੱਚ ਆਇਆ ਤੇ ਕਹਿੰਦੇ ਨਾਚੈ ਪਿੰਦੀ ਮੈਂ ਸਾਗਰਾ। ਇਸ ਸੰਸਾਰ ਰੂਪੀ ਬਾਗ ਅੰਦਰ ਰਹਿਣ ਵਾਲਾ ਹਰ ਇੱਕ ਜੀਵ ਇਸ ਤਰ੍ਹਾਂ ਮਾਇਆ ਦੇ ਇਸ਼ਾਰਿਆਂ ਤੇ ਨੱਚਦਾ ਪਿਆ ਜਿੱਦਾਂ ਖੂਹ ਦੀਆਂ ਟਿੰਡਾਂ ਦੇ ਅੰਦਰ ਪਾਣੀ ਉਛਾਲੇ ਮਾਰਦਾ ਹੈ। ਤੇ ਭਗਤ ਜੀ ਕਹਿੰਦੇ ਨਾਚੰਤੀ ਗੋਪੀ ਜੰਨਾ, ਚਾਹੇ ਮਨੁੱਖ ਆ ਤੇ ਚਾਹੇ ਔਰਤ ਆ, ਦੋਵੇਂ ਮਾਇਆ ਦੇ ਇਸ਼ਾਰਿਆਂ ਤੇ ਨਾਚ ਕਰਦੇ ਪਏ ਆ। ਪਰ ਇੱਕ ਗੱਲ ਜੇ ਨਈਆ ਤੇ ਬੈਰੇ ਕੰਨਾ, ਉਸ ਪਰਮਾਤਮਾ ਦੀ ਰਜ਼ਾ ਤੋਂ ਬਾਹਰ ਦੋਨਾਂ ਵਿੱਚੋਂ ਕੋਈ ਵੀ ਨਹੀਂ ਜੀ ਹੈ। ਦੋਨੋਂ ਪਰਮਾਤਮਾ ਦੇ ਹੁਕਮ ਦੇ ਵਿੱਚ। ਇੱਕ ਉਹ ਵਾ ਜਿਨ੍ਹਾਂ ਨੂੰ ਪਰਮਾਤਮਾ ਨੇ ਮਾਇਆ ਤੋਂ ਬਾਹਰ ਆਪਣੇ ਨਾਮ ਦੀਆਂ ਆਕਾਸ਼ੀ ਉਡਾਰੀਆਂ ਲਵਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਉਹ ਵਾ ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਨੇ ਮਾਇਆ ਦੇ ਵਿੱਚ ਰੱਖ ਕੇ ਅਧਿਆਤਮਿਕ ਜ਼ਿੰਦਗੀ ਤੋਂ ਬਹੁਤ ਦੂਰ ਕੀਤਾ ਹੋਇਆ। ਨਾ ਚੰਤੀ ਗੋਪੀ ਜੰਨਾ, ਨਈਆ ਤੇ ਬੈਰੇ ਕੰਨਾ, ਤਰਕ ਨਾ ਚਾਹ। ਇਸ ਗੱਲ ਤੇ ਬਿਲਕੁਲ ਤਰਕ ਨਾ ਕਰਿਆ ਜੇ ਕਿ ਸ਼ਾਇਦ ਬੰਦੇ ਦੇ ਹੱਥ ਵਿੱਚ ਕੁਝ ਆ। ਭਰਮੀਆਂ ਨਾ ਚਾਹ, ਬਾਬਾ ਜੀ ਕਹਿੰਦੇ ਨਾ ਹੀ ਭਰਮ ਦੇ ਵਿੱਚ ਜਾਇਓ। ਕਹਿੰਦੇ ਬਸ ਇੱਕ ਗੱਲ ਸਮਝਿਓ, ਨਾ ਚੰਤੀ ਗੋਪੀ ਜੰਨਾ, ਨਈਆ ਤੇ ਬੈਰੇ ਕੰਨਾ, ਤਰਕ ਨਾ ਚਾਹ ਭਰਮੀਆਂ ਚਾਹ। ਕੇਸਵਾ ਬਚੌਨੀ ਅਈਏ ਮਈਏ ਏਕ ਆਣ ਜੀਓ। ਅਈਏ ਮਈਏ ਔਰਤ ਤੇ ਮਰਦ ਦੋਨਾਂ ਦੇ ਅੰਦਰ ਇੱਕ ਪਰਮਾਤਮਾ ਦਾ ਹੀ ਬੋਲ ਕੰਮ ਕਰਦਾ ਪਿਆ। ਭਾਵ ਦੋਨਾਂ ਦੇ ਅੰਦਰ ਬੈਠਾ ਉਹ ਪਰਮਾਤਮਾ ਆਪਣੇ ਹੁਕਮ ਦੀ ਖੇਡ ਨੂੰ ਖੇਡੀ ਜਾ ਰਿਹਾ। ਤੇ ਫਿਰ ਬਾਬਾ ਜੀ ਕਹਿੰਦੇ ਪਿੰਦੀ ਉਬ ਕਲੇ ਸੰਸਾਰਾ, ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ। ਤੂੰ ਕੁਨ ਰੇ ਮੈਂ ਜੀ ਨਮ ਹੋਜੀ, ਆਲਾ ਤੇ ਨਿਵਾਰਨਾ ਜਮ ਕਾਰਨਾ। ਬਾਬਾ ਜੀ ਕਹਿੰਦੇ ਦੁਨੀਆ ਨੱਚ ਰਹੀ ਆ ਮਾਇਆ ਦੇ ਇਸ਼ਾਰਿਆਂ ਤੇ। ਕਿੱਦਾਂ? ਕਹਿੰਦੇ ਜਿੱਦਾਂ ਖੂਹ ਦਾ ਟੰਡਾਂ ਦੇ ਵਿੱਚ ਪਾਣੀ ਨੱਚਦਾ। ਤੇ ਮੈਂ ਭਰਮ ਭਰਮ ਕੇ ਆਖਰ ਪਰਮਾਤਮਾ ਤੇਰੇ ਦਰ ਤੇ ਪਹੁੰਚਿਆ ਹਾਂ। ਤੇ ਰੱਬ ਨੇ ਪੁੱਛਿਆ ਤੂੰ ਕੌਣ? ਜਵਾਬ ਮਿਲਿਆ ਜੀ ਮੈਂ ਨਾਮਦੇਵ। ਮੇਰੇ ਕੋਲੋਂ ਕੀ ਚਾਹਣਾ? ਕਹਿੰਦੇ ਆਲਾ ਤੇ ਨਿਵਾਰਨਾ। ਆਲਾ ਆਲਿਆ ਮਾਇਆ ਦਾ ਘਰ, ਮਾਇਆ ਦਾ ਜੰਜਾਲ। ਆ ਜਿਹੜਾ ਸੰਸਾਰ ਮਾਇਆ ਦਾ ਜੰਜਾਲ ਬਣਿਆ, ਕਿਰਪਾ ਕਰ ਇਸ ਮਾਇਆ ਦੇ ਜੰਜਾਲ ਤੋਂ ਮੈਨੂੰ ਬਚਾ ਲਾ, ਕਿਉਂਕਿ ਇਸ ਜੰਜਾਲ ਵਿੱਚ ਫਸਿਆ ਬੰਦਾ ਜਮਾਂ ਦੇ ਵੱਸ ਪੈ ਜਾਂਦਾ ਹੀ। ਅੱਜ ਬਾਬਾ ਜੀ ਨੇ ਬਚਨ ਕਿਹਾ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ ਦੌੜਿਓ ਫਿਰਤ ਹੈ। ਮਾਇਆ ਦੇ ਇਸ਼ਾਰਿਆਂ ਤੇ ਨੱਚ ਰਹੀ ਆ ਬੰਦੇ ਦੀ ਜ਼ਿੰਦਗੀ। ਮਾਇਆ ਹੀ ਦੇਖਣੀ ਪਸੰਦ ਕਰਦਾ, ਮਾਇਆ ਬਾਰੇ ਬੋਲਣਾ ਪਸੰਦ ਕਰਦਾ, ਮਾਇਆ ਬਾਰੇ ਸੁਣਨਾ ਪਸੰਦ ਕਰਦਾ। ਦਿਨ ਰਾਤ ਮਾਇਆ ਮਗਰ ਦੌੜਾ ਬੰਦੇ ਦੀ, ਦਿਨ ਰਾਤ। ਉਨੀ ਸੋਚ ਇਹਦੀ ਪਰਮਾਤਮਾ ਪ੍ਰਤੀ ਗਹਿਰੀ ਨਹੀਂ ਹੈ ਜਿੰਨੀ ਸੋਚ ਇਹਦੀ ਮਾਇਆ ਪ੍ਰਤੀ ਗਹਿਰੀ ਹੋ ਗਈ ਆ। ਪਰ ਬਾਬਾ ਕਬੀਰ ਜੀ ਨੇ ਇੱਕ ਬਚਨ ਬੜਾ ਕਮਾਲ ਦਾ ਕਿਹਾ। ਕਹਿੰਦੇ ਜੇ ਤਾਂ ਸਾਰਾ ਦਿਨ ਰੱਬ ਨਾਲ ਜੁੜਿਆ ਰਹੇਗਾ, ਰਾਤ ਨੂੰ ਸੁਪਨੇ ਵਿੱਚ ਵੀ ਪਰਮਾਤਮਾ ਦੇ ਨਾਲ ਜੁੜ ਜਾਏਗਾ। ਤੇ ਜੇ ਸਾਰਾ ਦਿਨ ਸੰਸਾਰ ਦੇ ਵਿੱਚ ਰਹਿ ਕੇ ਮਾਇਆ ਮਗਰ ਭੱਜ ਦੌੜ ਕਰਦਾ ਰਿਹਾ, ਰਾਤ ਨੂੰ ਸੁੱਤਾ ਪਿਆ ਵੀ ਮਾਇਆ ਵਾਸਤੇ ਬੜਰਾਉਣ ਲੱਗ ਪਏਗਾ। ਇਹ ਤੂੰ ਵੇਖ ਲਾ। ਹੁਣ ਤੇਰਾ ਦਿਨ ਤੇ ਤੇਰੀ ਰਾਤ ਦੀ ਜਿਹੜਾ ਸੁੱਖ ਆ ਉਹ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਦੇ ਵਿੱਚ ਆ। ਤੇ ਜੇ ਸਾਰਾ ਦਿਨ ਮਾਇਆ ਮਗਰ ਹੀ ਕਮਲਾ ਹੋਇਆ ਰਿਹਾ ਤੇ ਰਾਤ ਨੂੰ ਜਦੋਂ ਮਿੱਤਰਾ ਸੌਣਾ ਹੀ ਤੇ ਨਾਲ ਨਾਲ ਕਹਿੰਦੇ ਤੇਰੇ ਫਿਰ ਮਾਏ ਤੇਰੇ ਸੁਪਨਿਆਂ 'ਚ ਚੱਲੇਗੀ। ਇਸ ਕਰਕੇ ਹੁਣ ਕਹਿੰਦੇ ਤੂੰ ਵੇਖ। ਇੱਕ ਬਚਨ ਬੜਾ ਪਿਆਰਾ ਭਗਤ ਰਵਿਦਾਸ ਜੀ ਦਾ ਹੀ ਆ ਜੀ। ਬਾਬਾ ਜੀ ਕਹਿੰਦੇ ਇੱਕ ਡੱਡੂ ਖੂਹ ਦੇ ਵਿੱਚ ਆ ਤੇ ਇੱਕ ਡੱਡੂ ਖੂਹ ਦੇ ਕਿਨਾਰੇ ਤੇ ਆ। ਉਹ ਜਿਹੜਾ ਖੂਹ ਦੇ ਕਿਨਾਰੇ ਤੇ ਡੱਡੂ ਬੈਠਾ ਨਾ, ਉਹ ਖੂਹ ਵਿਚਲੇ ਡੱਡੂ ਨੂੰ ਕਹਿੰਦਾ ਵੀ ਬਾਹਰ ਆ, ਤੈਨੂੰ ਮੈਂ ਬਾਹਰਲੀ ਦੁਨੀਆ ਦੀ ਸੈਰ ਕਰਾਵਾਂ। ਬਾਹਰ ਆਣ ਕੇ ਵੇਖ ਕਿੰਨੀ ਸੋਹਣੀ ਪਰਮਾਤਮਾ ਨੇ ਕੁਦਰਤ ਰਚੀ ਆ, ਕਿੰਨੇ ਰੰਗ ਤਮਾਸ਼ਾ ਪਰਮਾਤਮਾ ਦੀ ਇਸ ਕੁਦਰਤ ਦੇ ਅੰਦਰ। ਤੇ ਉਹ ਖੂਹ ਵਿਚਲਾ ਡੱਡੂ ਕਹਿੰਦਾ ਨਹੀਂ ਓਏ, ਬਾਹਰ ਤਾਂ ਹੈ ਕੁਝ ਨਹੀਂ, ਅਸਲ ਵਿੱਚ ਜੋ ਕੁਝ ਆ ਖੂਹ ਦੇ ਅੰਦਰ ਹੀ ਆ। ਤੂੰ ਬਾਹਰ ਬੈਠਾ ਕੀ ਕਰਦਾ? ਖੂਹ ਦੇ ਵਿੱਚ ਛਾਲ ਮਾਰ, ਤੈਨੂੰ ਮੈਂ ਦਿਖਾਵਾਂਗਾ ਕਿੱਡੀ ਵੱਡੀ ਦੁਨੀਆ ਹੈ। ਭਗਤ ਰਵਿਦਾਸ ਕਹਿੰਦੇ ਪਰਮਾਤਮਾ ਮੇਰੀ ਹਾਲਤ ਖੂਹ ਵਿੱਚ ਰਹਿਣ ਵਾਲੇ ਡੱਡੂ ਵਰਗੀ ਬਣ ਗਈ ਆ। ਜਿੱਦਾਂ ਖੂਹ ਵਿੱਚ ਰਹਿਣ ਵਾਲੇ ਡੱਡੂ ਨੂੰ ਲੱਗਦਾ ਵੀ ਸਭ ਕੁਝ ਇਸ ਖੂਹ ਦੇ ਅੰਦਰ ਆ, ਇਸ ਖੂਹ ਤੋਂ ਬਾਹਰ ਕੁਝ ਵੀ ਨਹੀਂ, ਮੈਨੂੰ ਵੀ ਇੱਦਾਂ ਲੱਗ ਰਿਹਾ ਕਿ ਮਾਇਆ ਦੇ ਵਿੱਚ ਰਹਿ ਕੇ ਸਭ ਕੁਝ ਆ, ਮਾਇਆ ਤੋਂ ਅੱਗੇ ਹੈ ਹੀ ਕੁਝ ਨਹੀਂ ਗਾ।
बचन बड़ा प्यारा, कहते कूप भरियो जैसे दादिरा, कस देश विदेश ना बूझ, ऐसे मेरा मन बिख्या बिमोहिया, कश आरा पार ना सूझ। कहते सगल भवन के नायका एक छिन दर्श दिखाए जी। मैं भी माया के खूह विच रहन वाला डड्डू हाँ, मैनू भी लगता सब कुछ माया दे विच आ, माया तो अगे है ही कुछ नहीं। अगर कोई मैनू तेरा नाम जपण बारे कहे, अगर कोई मैनू गुरु की बाणी पढ़न वास्ते कहे, तो मेरा जवाब हुंदा है, तां वेलियां दा काम आ, असीं तां भाई काम करन वाले बंदे आ। नाम जपना, सेवा करनी, बाणी पढ़नी तां वेले बंदियां दा काम आ। जिहड़े बंदे दिन रात काम कार करन वाले होण, उन्हां वास्ते काम नहीं चंगे। ये हालात बन गए बंदे ते। कूप भरियो जैसे दादिरा, कश देश विदेश ना बूझ, ऐसे मेरा मन बिख्या बिमोहिया, कश आरा पार ना सूझ। सगल भवन के नायका एक छिन दर्श दिखाए जी। समुची कायनात दे मालक, समुची कायनात दे सरदार परमात्मा जी, मेरे ते तरस कर। इस संसार दे विच रहिंदियां रहिंदियां मैनूं एक वारी छिन भारी दर्शन दिखा दे, तां जो मेरी ये जिंदगी सफल हो जाए। अगला बचन बड़ा प्यारा, कहंदे मलन भई मत माधवा, तेरी गत लखी ना जाए। माया करके मेरी मत मलीन हो गई है। उस मलीन मत दे द्वारा तैनूं समझना ये मेरी रेंज तो बाहर हो गया। मलीन मत दे द्वारा तेरे बारे कोई जानकारी हासिल करनी, ये मेरी रेंज तो बहुत बाहर दी गल आ। मलन भई मत माधवा, तेरी गत लखी ना जाए। करो किरपा भ्रम चूकई, मैं सुमत दे समझाए। किरपा दे घर चा मैनू भरम दी दुनिया चो बाहर कढ़, चंगी मत दे के मैनू ये गल समझा दे कि भाई माया बहुत कुछ हो सकती है, पर माया तेरे वास्ते सब कुछ नहीं गी। मैं सुमत दे समझाए, मैनू चंगी मत दे के गल समझा दे कि माया तेरे वास्ते बहुत कुछ आ, माया तेरे वास्ते सब कुछ नहीं गी। मैं शायद अगे भी तुहाडे नाल एक दिन बेनती सांझी कीती सी। इस लुधियाने शहर के अंदर ही इदां दे परिवार आ जिहड़े करोड़ां दी कोठी च रहिंदे आ। 4 जी आ, गड्डियां भी महंगियां ने, हत्थां च मोबाइल भी महंगे आ, खाना भी उन्हां दा महंगे होटलां च, ते उन्हां दा पहनना भी बड़ा महंगा। पर उन्हां दी एक शिकायत पता की कहने जी, साडे घर च एकता नहीं हैगी। कमाल दी गल आ। ਇਹਦਾ अर्थ भी माया तो अगे कोई होर चीज़ आ जिहड़ी घर विच एकता लिया सकती है। करोड़ां दी कोठी च रह के महंगियां गड्डियां च घूमण वाले बंदे, हत्थ च महंगे फोन आ, महंगे होटलों का खाना, महंगे कपड़ियां का पहनना, महंगियां जुत्तियां का पहनना, वो बंदे फिर भी कहते जी असीं एकता तो बहुत दूर आ, साडी 2 जीआं दी नहीं बनती, साडे बच्चे साडे हुक्म च नहीं हैगे। ਇਹਦਾ अर्थ भी इस चीज़ तो अगे कोई होर चीज़ है ਜਿਹਦੇ ਨਾਲ ਜੁੜਿਆਂ ਘਰ ਦੇ ਵਿੱਚ ਏਕਤਾ ਆ ਸਕਦੀ ਆ। ਘਰ ਇੱਕ ਪਲੇਟਫਾਰਮ ਤੇ ਘਰ ਦੇ ਜੀ ਖੜੇ ਹੋ ਸਕਦੇ ਆ। ਬਾਬਾ ਜੀ ਨੇ ਕਿਹਾ ਮਲਣ ਭਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ। ਕਰੋ ਕਿਰਪਾ ਭ੍ਰਮ ਚੂਕੇ। ਮੈਨੂੰ ਮੈਂ ਸੁਮਤ ਦੇ ਸਮਝ, ਮੈਨੂੰ ਇਹ ਸੁਮਤ ਦੇ ਕਿ ਮਾਇਆ ਬਹੁਤ ਕੁਝ ਆ, ਪਰ ਮਾਇਆ ਤੇਰੇ ਵਾਸਤੇ ਸਭ ਕੁਝ ਨਹੀਂ ਹੈ। ਅੰਦਰ ਦੇ ਟਿਕਾਓ ਵਾਸਤੇ ਤਾਂ ਤੇਰੇ ਕੋਲੇ ਬਾਣੀ ਚਾਹੀਦੀ ਆ, अंदर दे टिकाओ वास्ते तेरे को सिमरन चाहिए। हुण इत्थे एक बेनती समझियो, मैं सवेरे भी एक बेनती की सी। हालांकि दूजे धर्मां दा इह प्रचार आ कि बंदा दा माया तो दूर हो के जीवन बतीत करना ही बंदे दी जिंदगी दा सुपना होना चाहिए, पर गुरमत नहीं गल कही गई। गुरमत नहीं कहिंदी तू माया छड्ड दे, क्योंकि गुरु नानक पातशाह महाराज ਜਿਹੜੇ ਗ੍ਰਸਤੀ ਜ਼ਿੰਦਗੀ ਦੀ ਆਰੰਭਤਾ ਕਰਦੇ ਆ ਤੇ ਮਾਲਕ ਜੀ ਆਪ ਕਿਰਤ ਕਰਦੇ ਆ, ਆਪ ਨਾਮ ਜਪਦੇ ਆ, ਆਪ ਵੰਡ ਕੇ ਛਕਦੇ ਆ। ਬਾਬਾ ਕਬੀਰ ਜੀ ਨੇ ਇੱਥੋਂ ਤੱਕ ਬਚਨ ਕਹਿ ਦਿੱਤਾ, ਕਹਿੰਦੇ ਹੋਵੇ ਗ੍ਰਸਤੀ ਤੇ ਜੇ ਉਹਦੇ ਪੱਲੇ ਮਾਇਆ ਹੀ ਨਾ ਹੋਵੇ ਤੇ ਕਹਿੰਦੇ ਜੀ ਉਹਦਾ ਦੱਸੋ ਇਸ ਸੰਸਾਰ ਵਿੱਚ ਕੋਈ ਜਿਉਣ ਦਾ ਹੱਜ ਹੈ। ਗ੍ਰਸਤੀ ਬੰਦੇ ਦੀ ਸ਼ੋਭਾ ਹੀ ਕਹਿੰਦੇ ਉਹਦੇ ਘਰ ਵਿੱਚ ਪਈ ਹੋਈ ਮਾਇਆ ਕਰਕੇ ਆ। बाबा जी ने बचन कह गृह शोभा जाकै रे नाहे,
जिस गृहस्थी के घर विच माया की वडियाई नहीं है, माया की शोभा नहीं गी, आवत पईया खूंदे जाहे, उहदे घर विच आया रिश्तेदार तो भुखा चलिया जाएगा, राहगीर तो भुखा चलिया जाएगा। इहदा अर्थ भी गृहस्थी दे कोले माया होनी जरूरी आ। ते जे गुरु साहब जी माया तो दूर रहन की गल करते हैं, ये नहीं कहते कि माया छड्ड दे, कुंडे मार के अंदर बह जाओ। सच्चे पातशाह महाराज कहते इस माया दे नाल नाल माया देन वाले दे नाल भी तेरी जिंदगी का तालमेल चाहिए। जिन्ना समा तू माया वास्ते कढ़ रहा, उन्ना समा उस माया दे मालक परमात्मा वास्ते भी कढ़िया कर। वेखो ध्यान नाल सुनियो, हुण तां वैसे चलो बहुत जमाना बदल गया, हर एक थां ते इलैक्ट्रीशियन सिस्टम आ गया। तुसी सब्जी की दुकान ते चल जाओ, फ्रूट की दुकान ते चल जाओ, करियाने की दुकान ते चल जाओ, इलैक्ट्रीशियन कंडे आ। पहले समय में जां तां तकड़ी दे नाल सौदा तोलिया जांदा सी, उहदे सेंटर च एक सूई हुंदी सी ते जां फिर एक कंडा हुंदा सी सूई वाला। अज भी किते किते साडे घरां दे विच गलियां दे विच रेहड़ियां ते जिहड़े सौदा वेचण आउंदे उन्हां दे कोले सूई वाले कंडे आ, वो अज भी सूई वाले कंडे नाल सौदा तोल के दिंदे आ। हुण ध्यान दिओ, जे तां वट्टियां वाला पासा भारा हो गया ते ग्राहक संतुष्ट नहीं गा, ते जे छाबे वाला पासा भारा हो गया जिस च सौदा पाया जाता ते सौदा वेचण वाला संतुष्ट नहीं गा। जदों सूई बिल्कुल सेंटर च आ जाती है, दोनों पासे बराबर हो जाते आ, उदों दोनों खुश हो जाते, दोनों संतुष्ट आ। असल विच वो साडी जिंदगी की कहानी आ। जदों तेरी जिंदगी का बैलेंस बन जाएगा, उदों तू भी खुश ते उदों परमात्मा भी खुश। तू जिथे अपनी जिंदगी विच संसार नूं समा देना, उत्थे निरंकार नूं भी समा देना। जिथे परिवार नूं समा देना, उत्थे निरंकार नूं भी समा देना। तेरी जिंदगी का बैलेंस ही तेरी जिंदगी की खुशी आ, तेरी जिंदगी का खड़ाओ आ। जे तेरी जिंदगी का बैलेंस बिगड़ गया, सारा समय माया वाले पासे संसार नूं देई गया, परिवार नूं देई गया, परमात्मा वाले पासे तुरिया ना, फिर तेरे घर का सुख भी खत्म हो जाएगा। जिंदगी बैलेंस चाहिए तेरी। इनू बाबा जी कहते मैं सुमत दे समझाए, मैनू सुमत दे, मैनू ये गल समझा कि माया बहुत कुछ आ, माया तेरे वास्ते सब कुछ नहीं हैगी। माया दे नाल शरीरक साधन लै जा सकते हैं, पर अंदर दा जिहड़ा टकाओ आ तां भाई तेरा नाम दे उत्ते खड़िया होया ही। फिर अगला बचन क्या, जोगी सर पावे नहीं तो गुण कथन अपार, प्रेम भगत कै कारन कह रविदास चमार। बाबा जी कहते परमात्मा तेनू जपण वास्ते जोगी भी बैठे, वो भी तेरा अंत नहीं पा सके, पर मेरा तेरा गुण गाउण दे अर्थ ही ये वे कि मैं तेरी भगती नूं अपनी जिंदगी का बहुत नेड़े का खजाना बना ला। प्रेम भगत कै कारने कह रविदास चमार। मैं वार वार तेरी सिफत इस करके कर रहा, तू मेरे ते खुश हो के मैनू अपनी सिफत का खजाना दे दे। अज बाबा जी ने कहा, माटी को पुत्रा कैसे नचत है, देखे देखे सुने बोले दौड़ियो फिरत है। फिर अगला बचन क्या, जब कश पावे तब गर्भ करत है। जदों चार छिल्लड़ पल्ले आउंदे आ ना जी, तो कहते फिर बंदा हंकारी हो जाता। माया गई तब रोवण लगत है, पर जदों वो चार छिल्लड़ आए जाते आ तो फिर बंदे दे पल्ले रोना, कई कई दिन रोटी नहीं चंगी लगदी। आउंदी आ ते बड़ा खुश आ, बोली बदल जाती बंदे दी जदों चार छिल्लड़ आ जा, तोर बदल जाती आ, बैठना उठना बदल जाता, लैन देन बदल जाता। पर बाबा जी कहते माया गई तब रोवण लगत है, कहते जदों जाती है तो फिर कई कई दिन रोंदा, निराशता है, कहते लै जा मेरे को सब कुछ आके, मैनू नहीं रोटी चंगी लगती। एक विद्वान सज्जन कहता जदों आउंदी आ ना, बंदे दी पिठ च लत्त मारदी आ, बंदा हिक अकड़ा के तुरदा, हो जाओ पासे, मैं नहीं किसी नूं कुछ समझदा। पर जिदन जाती आ ढिड च लत्त मारदी आ, ऐसा कुब पाउंदी बंदा सारी उम्र सिद्धा होण जोगा नहीं जे रहिंदा। ये सच्चाई है। बहुत लोग इदां दे आ, जिदन माया दा करजा इन्ना सिर ते हो गया ना जी, फिर इदां दा कुब पैंदा, आखिर नूं मौत की गल नूं लाउंदे आ, फंदा ही गल च पाउंदे, फिर जिंदगी दे सुख सुख निकल जांदे सारे।
ਇਸੇ ਕਰਕੇ ਬਾਬਾ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਤੇਰੇ ਭਲੇ ਵਾਸਤੇ ਕਹਿ ਰਿਹਾ ਤੈਨੂੰ, 4 ਦਿਨ ਆਪਣੀ ਨੌਬਤ ਚੱਲੇ ਬਜਾਏ। ਕਹਿੰਦੇ ਜੇ 4 ਛਿੱਲੜ ਤੇਰੇ ਪੱਲੇ ਆ ਵੀ ਗਏ ਨਾ, ਜੇ ਤੇਰੇ ਕੋਲ ਕੋਈ ਅਹੁਦਾ ਆ ਵੀ ਗਿਆ ਤੇ 4 ਕੁ ਦਿਨਾਂ ਦੀ ਇਹ ਵਾਵਾ, ਬਹੁਤਾ ਲੰਮਾ ਸਮਾਂ ਨਹੀਂ ਰਹਿਣੀ ਤੇਰੀ ਵਾਵਾ ਹੈ। ਕਹਿੰਦੇ ਇਤਨਕ ਖਟੀਆ ਗਠੀਆ ਮਟੀਆ ਸੰਗ ਨਾ ਕਛ ਲੈ ਜਾਏ। ਇੰਨਾ ਕੁ ਧਨ ਕਮਾ, ਉਹਦੀਆਂ ਗੱਠਾਂ ਬੰਨ੍ਹ ਲਾ, ਉਹਨੂੰ ਬੋਰੀਆਂ 'ਚ ਪਾ ਲਾ ਤੇ ਮਿੱਟੀ 'ਚ ਦੱਬ ਦੇ, ਪਰ ਕਹਿੰਦੇ ਯਾਦ ਰੱਖੀ ਨਾਲ ਨਹੀਂ ਤੇਰੇ ਕੁਝ ਜਾਣ। ਪਹਿਲੇ ਸਮਿਆਂ 'ਚ ਜਿਹੜਾ ਧਨ ਸੀ ਉਹਨੂੰ ਜਮ੍ਹਾਂ ਕਰਨ ਦਾ ਤਰੀਕਾ ਸੀ, ਗਾਗਰਾਂ 'ਚ ਪਾ ਕੇ ਮਿੱਟੀ 'ਚ ਦੱਬਿਆ ਜਾਂਦਾ ਸੀ, ਬੋਰੀਆਂ 'ਚ ਪਾ ਕੇ ਮਿੱਟੀ 'ਚ ਦੱਬ ਦਿੱਤਾ ਜਾਂਦਾ ਸੀ। ਆ ਲੌਕਰ ਤਾਂ ਹੁਣ ਆਇਆ, ਬੈਂਕਾਂ ਤਾਂ ਹੁਣ ਚੱਲੀਆਂ। ਬਾਬਾ ਜੀ ਉਹ ਬਚਨ ਕਹਿ ਰਹੇ ਉਦੋਂ ਦਾ, ਕਹਿੰਦੇ ਇੰਨਾ ਕੁ ਕਮਾ, ਇਤਨਾ ਕੁ ਖਟੀਆ, ਇੰਨਾ ਕੁ ਕਮਾ ਲਾ, ਗਠੀਆ ਉਹਦੀਆਂ ਗੱਠਾਂ ਬੰਨ੍ਹ ਲਾ, ਮਟੀਆ ਮਿੱਟੀ ਦੇ ਵਿੱਚ ਦੱਬ ਦੇ, ਪਰ ਯਾਦ ਰੱਖੀ ਸੰਗ ਨਾ ਕਛ ਲੈ ਜਾਏ, ਨਾਲ ਨਹੀਂ ਤੇਰੇ ਕੁਝ ਜਾਣਾ। ਉਹ ਤਾਂ ਸਮਾਂ ਪਾ ਕੇ ਜਦੋਂ ਕਿਤੇ ਖੁਦਾਈ ਹੁੰਦੀ ਆ ਨਾ, ਫਿਰ ਕਹਿੰਦੇ ਇੱਥੋਂ 4 ਗਾਗਰਾਂ ਨਿਕਲ ਆਈਆਂ ਤੇ ਇੱਥੋਂ ਸੋਨੇ ਦੇ ਬਿਸਕੁਟ ਨਿਕਲ ਆਏ, ਨਾਲ ਨਹੀਂ ਬੰਦਿਆ ਤੇਰੇ ਕੁਝ ਜਾਣਾ। ਫਿਰ ਅਗਲਾ ਬਚਨ ਬੜਾ ਪਿਆਰਾ ਜੀ, ਕਹਿੰਦੇ 4 ਦਿਨ ਆਪਣੀ ਨੌਬਤ ਚੱਲੇ ਬਜਾਏ, ਇਤਨਕ ਖਟੀਆ ਗਠੀਆ ਮਟੀਆ ਸੰਗ ਨਾ ਕਛ ਲੈ ਜਾਏ, ਦੇਹੁਰੀ ਬੈਠੀ ਮੇਹਰੀ ਰੋਵੇ, ਦੁਆਰੇ ਲਓ ਸੰਗ ਮਾਏ। ਜਿੱਦਣ ਚੱਕ ਲੋ ਹੋ ਗਈ ਨਾ, ਕਹਿੰਦੇ ਘਰ ਦੀ ਦਹਲੀਜ਼ ਤੇ ਬਹਿ ਕੇ ਘਰ ਵਾਲੀ ਨੇ ਰੋਣਾ, ਹਾਏ ਮੇਰੇ ਘਰ ਵਾਲਾ ਚਲੇ ਗਿਆ। ਘਰ ਦੇ ਬਾਹਰਲੇ ਦਰਵਾਜ਼ੇ ਤੇ ਬਹਿ ਕੇ ਤੇਰੀ ਮਾਂ ਨੇ ਰੋਣਾ ਹੀ, ਹਾਏ ਮੇਰਾ ਪੁੱਤ ਚਲੇ ਗਿਆ। ਮਰ ਹੱਟ ਲੱਗ ਸਭ ਲੋਕ ਕਟੰਬ ਮਿਲ, ਤੇ ਕਹਿੰਦੇ ਘਰੋਂ ਚੱਲਣਗੇ ਸ਼ਮਸ਼ਾਨ ਘਾਟ ਲੋਕ, ਰਿਸ਼ਤੇਦਾਰ ਭੈਣ ਭਰਾ ਤੇਰੇ ਨਾਲ ਜਾਣਗੇ, ਪਰ ਅੱਗੇ ਹੰਸ ਅਕੇਲਾ ਜਾਏ। ਪਰ ਅਗਲਾ ਜਿਹੜਾ ਸਫ਼ਰ ਉਹ ਤੇਰਾ ਇਕੱਲੇ ਦਾ ਹੈ, ਲੇਖਾ ਤੇਰੇ ਇਕੱਲੇ ਦਾ ਹੋਣਾ। ਉੱਥੇ ਨਾ ਘਰ ਵਾਲੀ ਨੇ ਦੇਣਾ ਹੀ, ਨਾ ਮਾਂ ਨੇ ਦੇਣਾ, ਨਾ ਪਿੰਡ ਵਾਲਿਆਂ ਨੇ ਦੇਣਾ, ਨਾ ਭੈਣ ਭਰਾ ਤੇ ਸੱਜਣ ਮਿੱਤਰਾਂ ਨੇ ਦੇਣਾ। ਹੰਸ ਅਕੇਲਾ ਜਾਏ, ਅਗਲਾ ਜਿਹੜਾ ਲੇਖਾ ਜੋਖਾ ਉਹ ਤੇਰੇ ਇਕੱਲੇ ਦਾ ਹੋਣਾ ਹੀ। ਤੇ ਫਿਰ ਬਾਬਾ ਜੀ ਕਹਿੰਦੇ ਵੈ ਪਿੱਤ ਵੈ ਸੁੱਤ ਵੈ ਬਿੱਤ ਵੈ ਪੁਰ ਪਾਟਣ, ਬਹੁਰ ਨਾ ਦੇਖਣ ਆਏ। ਜਦੋਂ ਤੂੰ ਮਰ ਗਿਆ ਨਾ ਤਾਂ ਤੂੰ ਇਹ ਵੇਖਣ ਆਉਣਾ ਵੀ ਤੇਰੇ ਪੁੱਤ ਕਿਸ ਹਾਲਾਤ 'ਚ ਆ, ਨਾ ਤੂੰ ਇਹ ਵੇਖਣ ਆਉਣਾ ਜਿਹੜਾ ਮੈਂ ਧਨ ਕਮਾ ਕੇ ਗਿਆ ਸੀ, ਮੇਰੀ ਪ੍ਰੋਪਰਟੀ ਬਣਾਈ ਹੈਗੀ ਆ ਕਿ ਮੇਰੇ ਪੁੱਤਾਂ ਨੇ ਉਜਾੜਤੀ, ਤੇ ਨਾ ਹੀ ਕਹਿੰਦੇ ਤੂੰ ਇਹ ਵੇਖਣ ਆਉਣਾ ਨਾ ਮੇਰਾ ਨਗਰ ਅੱਗੇ ਨਾਲ ਵਧੀਆ ਹੋ ਗਿਆ ਕਿ ਉੱਥੇ ਕੀ ਖੜਾ ਹੋਇਆ। ਨਾ ਵੈ ਸੁੱਤ ਵੈ ਬਿੱਤ ਵੈ ਪੁਰ ਪਾਟਣ, ਬਹੁਰ ਨਾ ਦੇਖਣ ਆਏ। ਕਹਿਤ ਕਬੀਰ ਰਾਮ ਕੀ ਨਾ ਸਿਮਰੋ ਹੰਸ, ਕਹਿੰਦੇ ਜਨਮ ਅਕਾਰਥ ਜਾਏ। ਪਰਮਾਤਮਾ ਨੂੰ ਨਹੀਂ ਸਿਮਰਦਾ, ਤੇਰਾ ਜਨਮ ਵਿਅਰਥ ਤੁਰਿਆ ਜਾ ਰਿਹਾ ਈ। ਅੱਜ ਬਾਬਾ ਜੀ ਨੇ ਕਿਹਾ, ਕਹਿੰਦੇ ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਤ ਹੈ। 4 ਛੱਲੜ ਪੱਲੇ ਆ ਗਏ, ਹੰਕਾਰੀ ਹੋ ਗਿਆ। ਤੇ ਜਦੋਂ ਜਾਂਦੇ ਆ ਤੇ ਕਹਿੰਦੇ ਫੇਰ ਬੰਦਾ ਰੁਲਦਾ। ਮੈਂ ਅੱਗੇ ਵੀ ਇੱਕ ਦਿਨ ਗੱਲ ਸੁਣਾਈ ਸੀ, ਸਾਡੇ ਮੋਗੇ ਦੇ ਅੰਦਰ ਨਾ ਜੀ ਨੈਸਲੇ ਡੇਅਰੀ ਆ, ਏਸ਼ੀਆ ਦੀ ਸਭ ਤੋਂ ਵੱਡੀ ਡੇਅਰੀ ਆ। ਉੱਥੇ ਇੱਕ ਬੰਦਾ ਠੇਕੇਦਾਰੀ ਦਾ ਕੰਮ ਕਰਦਾ ਸੀ, ਤਨਖਾਹ ਚੰਗੀ ਸੀ, ਤੇ ਜਿੰਨਾ ਵੀ ਘਰ ਦਾ ਰਾਸ਼ਨ ਉਸ ਡੇਅਰੀ ਦੇ ਅੰਦਰੋਂ ਐ ਬਿਲਕੁਲ ਸਾਫ ਸੁਥਰਾ 1 ਨੰਬਰ ਉਹਦੇ ਘਰੇ ਜਾਂਦਾ ਸੀ। ਉਸ ਬੰਦੇ ਨੇ ਆਪਦੀ ਕਮਾਈ ਕੀਤੀ, 4-5 ਉਹਨੇ ਲੌਰੀਆਂ ਗੱਡੀਆਂ ਬਣਾ ਲਈਆਂ, ਟਰੱਕ ਬਣਾ ਲਏ। ਉਹਦੇ ਜਿਹੜੇ ਬੱਚੇ ਸੀ ਨਾ, ਬਾਪ ਦੀ ਕਮਾਈ ਤੇ ਐਸ਼ ਰੱਜ ਕੇ ਕੀਤੀ। ਕਹਿੰਦੇ 100 ਦਾ ਨੋਟ ਜਿਹੜਾ ਉਹਨੂੰ ਵੱਟ ਕੇ ਉਹਦੇ ਵਿੱਚ ਨਸ਼ਾ ਪਾ ਕੇ ਨਾ ਜੀ, ਤੇ ਉਹਦੀ ਸਿਗਰਟ ਬਣਾ ਕੇ ਪੀਂਦੇ ਸੀ। ਲੋਕਾਂ ਨੇ ਕਹਿਣਾ ਜੇ ਤੇਰਾ ਪਿਓ ਕਮਾਉਂਦਾ ਤੇ ਮਾਇਆ ਦਾ ਮਜ਼ਾਕ ਨਾ ਉਡਾਓ, ਇੰਨੀ ਨਰਾਦਰੀ ਨਾ ਕਰੋ, ਕਿਤੇ ਇਹ ਨਾ ਹੋਵੇ ਮਗਰੋਂ ਤੁਸੀਂ ਪੈਸੇ ਨੂੰ ਤਰਸਣ ਲੱਗ ਪਓ। ਉਹ ਕੁਦਰਤ ਦਾ ਭਾਣਾ ਵਾਪਰਿਆ, ਬਾਪ ਮਰ ਗਿਆ, ਪੁੱਤਾਂ ਦੇ ਕੋਲੋਂ ਬਾਪ ਦੀ ਕੀਤੀ ਕਮਾਈ ਸੰਭਾਲੀ ਨਾ ਗਈ। ਜਿਹੜੇ 100 ਦੀਆਂ ਨੋਟ ਦੀਆਂ ਸਿਗਰਟਾਂ ਬਣਾ ਕੇ ਪੀਂਦੇ ਸੀ ਨਾ ਜੀ, ਬਾਅਦ 'ਚ ਉਹੀ ਪੈਸੇ ਨੂੰ ਮੁਥਾਜ ਹੋ ਗਏ। ਸਰੀਰ ਤੇ ਕੋੜ ਚੱਲ ਗਿਆ। ਲੋਕਾਂ ਦੇ ਘਰ ਦਾ ਦਰਵਾਜ਼ਾ ਖੜਕਾਉਂਦੇ ਸੀ, ਲੋਕ ਮਾੜੇ ਬੋਲ ਕੇ ਪਿੱਛੇ ਕਰ ਦਿੰਦੇ ਸੀ। ਕਹਿੰਦੇ ਤੁਸੀਂ ਉਹੀ ਜੇ ਨਾ ਜਿਹੜੇ ਮਾਇਆ ਦਾ ਮਜ਼ਾਕ ਉਡਾਉਂਦੇ ਸੀ, ਅੱਜ ਵੇਖ ਲਓ ਮਾਇਆ ਤੁਹਾਡਾ ਮਜ਼ਾਕ ਉਡਾਉਂਦੀ ਪਈ ਆ, ਅੱਜ ਛੱਡ ਗਈ ਆ ਮਾਇਆ ਤੁਹਾਨੂੰ। ਮਾਲਕ ਜੀ ਨੇ ਕਿਹਾ ਇਹ ਸਦਾ ਨਹੀਂ ਕਿਸੇ ਦੀ ਹੈ। ਮਾਇਆ ਗਈ ਤਬ ਰੋਵਣ ਲੱਗਤ ਹੈ, ਜਦੋਂ ਜਾਂਦੀ ਆ ਨਾ ਉਦੋਂ ਪੱਲੇ ਰੋਣਾ ਰਹਿੰਦਾ, ਹੋਰ ਕੁਝ ਨਹੀਂ ਜੇ ਰਹਿੰਦਾ ਗਾ।
फिर अगला बचन आया, मन बच क्रम रस कसै लुभाना। मन करके, बचना करके, कर्मा करके बंदा संसार रसां कसां दे विच लुभाए मान होया पिया। हालांकि गुरु ग्रंथ साहिब की बाणी कहती है मन, बचन ते कर्म, ये तिन्ना हिस्सों दे विच परमात्मा तेरे नाल खड़ा होना चाहिए। तिन्ना हिस्सों दे विच मन करके भी तू परमात्मा दे नेड़े होवे, जिहड़ी तेरी जबान तो बोल निकलन वो भी परमात्मा नाल संबंधित होण, तेरे कर्म भी परमात्मा दे अनुकूल होने चाहिए। पर भगत जी कहते माया ने इन्ना ज़्यादा प्रभाव पा लिया, मन बच क्रम रस कसै लुभाना। कहते बिनस गया जाए कहूँ समाना। जदों शरीर बिनसदा उस परमात्मा विच लीन होने की बजाय कहते कहूँ समाना पता नहीं कित्थे चलिया जाता है। जिंदगी तो मिली सी, इनू इन्ना क परमात्मा दे नेड़े कर दे, एक दिन आवे नानक लीन भयो गोबिंद स्यों ज्यों पानी संग पानी। परमात्मा विच जीवन लीन हो जाए, पर बाबा जी कहते ऐसा हुंदा नहीं। बिनस गया जाए कहूँ समाना, जदों बिनसदा पता नहीं कित्थे जाके टिक जाता। भाव की आ भी जदों शरीर बिनसिया फिर जिन्ना जूनां दे विचों निकलिया सी फिर उन्हां जूनां दे विच चले गया। इनू तो बाबा जी कहते हैं ना, कई जन्म पै कीट पतंगा, कई जन्म गा जमीन कुरंगा, कई जन्म पंखी सर्प होयो, कई जन्म हैवर बृख जोयो, मिल जगदीश मिलन की बरिया चिरंकाल ये देश संजरिया। ये मनुखा जन्म तो मिलन वास्ते आ, मिलना यही मौका ही वार वार नहीं आना। पर बाबा जी कहते मन बच क्रम रस कसै लुभाना, बिनस गया जाए कहूँ समाना। फिर कहते कह रविदास बाजी जग भाई। कहते भाई ये संसार एक खेड आ, ये दुनिया एक खेड आ। कहते बाजी गरसो मोहे प्रीत बन आई। मैं इस संसार रूपी खेड का पुजारी नहीं गा, मैं तो इस संसार रूपी खेड बनाने वाले परमात्मा का पुजारी बन गया। एक सज्जन ने बड़ा प्यारा बचन लिखिया, कहते भी जद्दां कुछ मनुख सलैक्टर आ, वो कुछ खिडारियां नूं चुनते आ, फिर एक टीम बनती आ। वो टीम जदों ग्राउंड दे विच खेडदी आ, जिन्हां ने उस टीम नूं चुनिया जिहड़े सलैक्टरां ने, वो ग्राउंड विच खेड रहे खिडारियां दा प्रदर्शन वेखदे आ। जिहड़े खिडारियां दा प्रदर्शन वधिया होवे ग्राउंड दे अंदर, उन्हां नूं फिर अगे इंटरनैशनल लैवल ते वो चुन लैंदे आ। अगे तो अगे फिर उन्हां दी जिहड़ी खेड जारी रहिंदी आ। पर जिन्हां दा ग्राउंड दे अंदर खेड प्रदर्शन वधिया ना होवे वो आउट कर दिंदे। कहंदे भाई तू चल फिर ABC जिहड़ियां टीमां उन्हां च खेड चल के, तू हले तेरी खेड विच कमी आ। वो कहंदा इन बिन आ संसार एक ग्राउंड आ, ते असीं इस संसार रूपी ग्राउंड दे अंदर खिडारियां दी न्याई आ, ते साडा सिलैक्टर कौन आ? वो परमात्मा। ते साडी विरोधी टीम कौन आ? काम क्रोध लोभ मोह अहंकार। जे तां असीं इस संसार रूपी ग्राउंड दे अंदर विचरदे होए अपनी विरोधी टीम काम क्रोध लोभ मोह अहंकार चुगली दवैत निंदिया झूठ जात पात का वितकरा ऊच नीच का वितकरा इस विरोधी टीम तो जित गए, तो फिर की आ? फिर तो उस परमात्मा विच साडी लीनता जी। ते जे असीं उस वाहिगुरू उस विरोधी टीम तो हार जाने आ, तो फिर जिन्ना जूना चो निकल के जिद्दां वो खिडारी का प्रदर्शन वधण क्या चल ABCD टीम दे विच छोटियां टीमां च खेड, जे खेड का प्रदर्शन वधिया ना होया, इन्हां विरोधी टीमां दे खिडारियां तो हार गए, फिर परमात्मा ने उन्हां जूना च भेज देना जिथों निकल के मनुखा जन्म च आया। ये हुण तूं वेख ला। कह रविदास बाजी जग भाई, ये संसार एक खेड आ, तू इस संसार रूपी खेड दे विच ना उलझ। कहंदे बाजी गरसों मोहे प्रीत बन आई। जिद्दां इस जगत की खेड बनाउण वाले परमात्मा नाल मेरी बनी आ, तू उहदे नाल बना ला। जे उहदे नाल बना के इस संसार च विचरेंगा, फिर याद रखी तू किते भी अपने आप नूं निराश नहीं करेगा। सतगुरु जी कृपा करन, पावन शब्द का जो उपदेश आ साडे जीवन दे नाल जुड़ जाए, तां जो साडा भी जीवन
ਸਫਲ ਜੀਵਨ ਹੋ ਸਕੇ ਜੀ। ਸੋ